ਮੈਂ ਗੱਲ ਕਰਨਾ ਵਾ ਵੀ ਅਸੀਂ ਸੁਣਦੇ ਸਾਂ ਕਿ ਜਦੋਂ ਵੀ ਨਵਾਜ਼ ਸ਼ਰੀਫ ਦੀ ਗਵਰਨਮੈਂਟ ਆਉਂਦੀ ਜ਼ਿਮੀਂਦਾਰ ਦਾ ਬੇੜਾ ਪਾ ਦਿੰਦੇ। ਇਹ ਅਸੀਂ ਅੱਗੇ ਵੀ ਸੁਣਦੇ ਹਾਂ, ਉਹ ਹੁੰਦਾ ਵੀ ਆਇਆ ਤੇ ਹੁਣ ਸਾਡੇ ਨਾਲ ਆ ਜਿਹੜੇ ਨਾ ਆਪਣਾ ਵੇਖ ਵੀ ਲਿਆ ਸਾਰਿਆਂ ਨੇ। ਜਦੋਂ ਵੀ ਆਉਂਦੇ ਨੇ ਜ਼ਿਮੀਂਦਾਰ ਮਸਾਂ ਆਪਣੇ ਪੈਰਾਂ ਤੇ ਖੜਾ ਹੁੰਦਾ ਥੋੜਾ ਜਿਹਾ, ਤੇ ਜਿਸ ਲਈ ਆਉਂਦਾ ਹੈ ਆਂਦੇ ਨੇ ਵੀ ਇਹਨਾਂ ਨੂੰ ਵੱਢ ਦਿਓ ਬਸ। ਉਹ ਕੋਈ ਹੋਰ ਵੀ ਚੀਜ਼ ਸਸਤੀ ਕਰੋ, ਸਿਰਫ ਜ਼ਿਮੀਂਦਾਰ ਦੀ ਆ ਚੀਜ਼ ਖਾਦ ਸਸਤੀ ਕਰੋ, ਕੋਈ ਬਿਜਲੀ ਦੀ ਰਿਲੀਫ ਸਾਨੂੰ ਸਬਸਿਡੀਆਂ ਦਿਓ, ਬਿਜਲੀ ਦੇ ਦਿਓ, ਸਾਨੂੰ ਤੇਲ ਦਿਓ ਸਸਤਾ। ਇਹਦੀ ਕਟਾਈ ਜਿਹੜੀ ਏ ਉਹ ਜੀ ਕੁਛ ਇਲਾਕਿਆਂ ਦੇ ਜੀ 8000 ਰੁਪਇਆ ਲੈ ਰਹੇ ਨੇ। ਹਾਂਜੀ, ਗੰਦਮ ਦੀ ਕਟਾਈ ਦੇਖੋ ਯਾਰ, ਇਹ ਜ਼ਿਮੀਂਦਾਰ ਦੇ ਨਾਲ ਇਹਨਾਂ ਦੀ ਯੂਨੀਅਨ ਬਣਾ ਲਈਏ ਜੀ, ਸਾਡੀ ਯੂਨੀਅਨ ਦਾ ਫੈਸਲਾ ਹੈ ਜੀ। ਉਹ ਕੋ ਖੁਦਾ ਦਾ ਖੌਫ ਕਰੋ ਯਾਰ, ਜ਼ਿਮੀਂਦਾਰ ਨੂੰ ਸਾਰੇ ਲੁੱਟਣ ਲੱਗ ਪਏ ਜੀ। ਥੋੜਾ ਜਿਹਾ ਯਾਰ ਇਹਦੇ ਨਾਲ ਥੋੜਾ ਜਿਹਾ ਜ਼ਿਮੀਂਦਾਰ ਦੇ ਨਾਲ ਤਾਮਨ ਕਰੋ, ਜ਼ਿਮੀਂਦਾਰ ਦੇ ਨਾਲ। ਇਹ ਨਹੀਂ ਤੁਹਾਨੂੰ ਇਹ ਅਸੀਂ ਸੱਪਾਂ ਦੀਆਂ ਸਿਰੀਆਂ ਵੇਚਦੇ ਆ ਸਾਰਾ ਦਿਨ ਇੱਥੇ। ਹਾਂਜੀ, ਰਾਤਾਂ ਨੂੰ ਪਾਣੀ ਲਾ ਇੰਜ ਕਰ ਜੀ, ਉਹਨਾਂ ਕੇ 8000 ਰੁਪਇਆ ਰੇਟ ਹੈ। ਮਲਕ ਸਾਹਿਬ ਇਸ ਤੋਂ ਇਲਾਵਾ ਮਜ਼ੀਦ ਸਾਨੂੰ ਇਹ ਦੱਸੋ, ਗੰਦਮ ਦਾ ਤੁਹਾਨੂੰ ਪਤਾ ਯਾਰ ਕਾਂ ਕੋਈ ਰੇਟ ਵਗੈਰਾ ਨਹੀਂ ਨਿਕਲ ਰਿਹਾ ਤੇ ਮਾਸ਼ਾਅੱਲਾ ਕਿੰਨੀ ਆਪਣਾ ਇੱਥੇ ਏਕੜ ਗੰਦਮ ਕਿੰਨੀ ਬੀਜੀ ਯਾਰ ਕਾਸ਼? ਮੇਰੀ ਕੋਈ ਇੱਥੇ ਇਸ ਏਰੀਏ ਦੇ ਵਿੱਚ ਕੋਈ 200 ਏਕੜ ਹੈ ਮਾਸ਼ਾਅੱਲਾ ਤੇ ਬਕਾਇਆ ਕੋਈ ਮੇਰੀ ਸ਼ਰਕਪੁਰ ਸ਼ਰੀਫ ਹੈ। ਠੀਕ ਹੈ ਜੀ, ਤੇ ਅਲਹਮਦੁਲਿਲਾ ਰੇਟ ਨਹੀਂ ਹੈਗਾ ਤੇ ਅਸੀਂ ਤਾਂ ਫਿਰ ਉਹ ਖਾਦਾਂ ਮਹਿੰਗੀਆਂ ਲਈਆਂ ਨੇ, ਤੇਲ ਮਹਿੰਗੇ ਸਨ, ਬਿਜਲੀ ਦੇ ਬਿੱਲ ਜ਼ਿਆਦਾ ਸਨ, ਸਾਰਾ ਕੁਝ ਤੇ ਉਹ ਅਸੀਂ ਪਰੇਸ਼ਾਨੀਆਂ ਤਾਂ ਹਨ ਸਾਡੇ ਵਾਸਤੇ। ਪਿਛਲੇ ਸਾਲ ਜਿਹੜਾ ਗਵਰਨਮੈਂਟ 3900 ਰੁਪਏ ਨੂੰ ਲੈਂਦੀ ਸੀ, ਲੇਕਿਨ ਮਾਰਕੀਟ ਦੇ ਵਿੱਚ ਜਿਹੜਾ ਉਹ 4000-4200 ਨੂੰ ਵਿਕਦੀ ਸੀ ਹੈ। ਤੇ ਉਹ ਆਪਣਾ ਅਸੀਂ ਫਿਰ ਉਸ ਲਈ ਕੀ ਕਹਿੰਦੇ ਹਾਂ ਯਾਰ, ਕੋਈ ਗਵਰਨਮੈਂਟ ਨੂੰ ਦਿੱਤੀ, ਕੋਈ ਅਗਾਂਹ ਪਿਛਾਂ ਵੇਚੀ, ਅਸੀਂ ਖੁਸ਼ਹਾਲ ਸਾਂ। ਇਸ ਦਫਾ ਅਸੀਂ ਖੁਸ਼ਹਾਲ ਨਹੀਂ। ਇਹਦੀ ਵਜ੍ਹਾ ਹੈ ਕਿ ਚਲੋ ਵੋਟ ਸਪੋਰਟ ਜਿਹੜੀ ਨੇ ਉਹ ਇੱਕ ਅਲੱਗ ਚੀਜ਼ ਹੈ, ਉਹ ਤਾਂ ਅਸੀਂ ਇਹ ਦੱਸ ਨਹੀਂ ਸਕਦੇ ਅਸੀਂ ਕਿਹਨੂੰ ਦਿੱਤੇ ਨੇ। ਆਹੋ ਜੀ, ਉਹ ਇੱਕ ਆਪਣੇ ਮਾਈਂਡ ਹੈ ਸਾਡਾ, ਜ਼ਾਤੀ ਮੈਟਰ ਹੈ। ਲੇਕਿਨ ਇਹ ਅਸੀਂ ਮੈਂ ਗੱਲ ਕਰਨਾ ਵਾ ਵੀ ਅਸੀਂ ਸੁਣਦੇ ਸਾਂ ਕਿ ਜਦੋਂ ਵੀ ਨਵਾਜ਼ ਸ਼ਰੀਫ ਦੀ ਗਵਰਨਮੈਂਟ ਆਉਂਦੀ ਜ਼ਿਮੀਂਦਾਰ ਦਾ ਬੇੜਾ ਪਾ ਦਿੰਦੇ ਨੇ। ਅੱਛਾ ਜੀ, ਹਾਂਜੀ, ਇਹ ਅਸੀਂ ਅੱਗੇ ਵੀ ਸੁਣਦੇ ਹਾਂ, ਉਹ ਹੁੰਦਾ ਵੀ ਆਇਆ ਤੇ ਹੁਣ ਸਾਡੇ ਨਾਲ ਆ ਜਿਹੜੇ ਨਾ ਆਪਣਾ ਵੇਖ ਵੀ ਲਿਆ ਸਾਰਿਆਂ ਨੇ। ਵੇਖ ਵੀ ਲਿਆ, ਜਦੋਂ ਵੀ ਆਉਂਦੇ ਨੇ ਜ਼ਿਮੀਂਦਾਰ ਮਸਾਂ ਆਪਣੇ ਪੈਰਾਂ ਤੇ ਖੜਾ ਹੁੰਦਾ ਥੋੜਾ ਜਿਹਾ, ਤੇ ਜਿਸ ਲਈ ਆਉਂਦਾ ਹੈ ਆਂਦੇ ਨੇ ਵੀ ਇਹਨਾਂ ਨੂੰ ਵੱਢ ਦਿਓ ਬਸ। ਉਹ ਕੋਈ ਹੋਰ ਵੀ ਚੀਜ਼ ਸਸਤੀ ਕਰੋ, ਸਿਰਫ ਜ਼ਿਮੀਂਦਾਰ ਦੀ ਆ ਚੀਜ਼ ਸਸਤੀ ਕਰਨੀ। ਖਾਦ ਸਸਤੀ ਕਰੋ, ਕੋਈ ਬਿਜਲੀ ਦੀ ਰਿਲੀਫ ਸਾਨੂੰ ਸਬਸਿਡੀਆਂ ਦਿਓ, ਬਿਜਲੀ ਦੇ ਦਿਓ, ਸਾਨੂੰ ਤੇਲ ਦਿਓ ਸਸਤਾ, ਸਾਡੇ ਨਾਲ ਕੁਝ ਕਰੋ। ਬਿਲਕੁਲ, ਕਿਉਂਕਿ ਹਰ ਚੀਜ਼ ਰੇਟ ਦੁਗਣਾ ਤਿਗਣਾ ਹੋ ਗਿਆ। ਜ਼ਿਮੀਂਦਾਰ ਦਾ ਰੇਟ ਪਿਛਲੇ ਦਾ ਵੀ ਪੁਰਾਣਾ। ਤੂੰ ਜਿਹੜਾ ਇਹਦੀ ਗੰਦਮ ਦਾ ਰੇਟ ਉਹ ਰੱਖਿਆ ਨੇ, ਲੇਕਿਨ ਉਹ ਲੈਣ ਵੀ ਨਾ, ਚਲੋ ਉਹਨੇ ਜਿੱਲੇ ਲੈਣ ਸਾਡੇ ਕੋਲ। ਹਾਂਜੀ, ਤੇ ਕੀ ਰੇਟ ਹੁਣ? ਮੈਂ ਇੱਕ ਹੋਰ ਗੱਲ ਅੱਜ ਕਰਨ ਲੱਗਾ। ਹਾਂਜੀ, ਪਾਕਿਸਤਾਨ ਦੇ ਵਿੱਚ 70 ਤੋਂ 80% ਲੋਕ ਠੇਕੇਦਾਰੀ ਸਿਸਟਮ ਚੱਲਦਾ। ਬਿਲਕੁਲ ਇਸੇ ਤਰ੍ਹਾਂ, ਜਿਨ੍ਹਾਂ ਦੇ ਜ਼ਿਮੀਂਦਾਰ ਆਪ ਨੇ ਉਹ ਪੈਲੀਆਂ ਨਹੀਂ ਵਾਂਦੇ ਹੋ ਕੇ ਠੇਕੇ ਦੇ ਦਿੰਦੇ ਨੇ। ਇੱਕ ਮੈਂ ਆ ਠੇਕੇਦਾਰ ਆ, ਇੱਕ ਦੂਸਰਾ ਬੰਦਾ ਹੈ, ਉਹਨੇ ਇੱਕ ਮਾਈਂਡ 'ਚ ਰੱਖ ਕੇ ਆਪਣੀ ਕੈਲਕੂਲੇਸ਼ਨ ਕਰਕੇ ਲਈ ਇਹ ਜ਼ਮੀਨ ਕਿ ਯਾਰ ਮੈਂ ਜਿਹੜਾ ਨਾ ਇਹਦਾ ਠੇਕਾ ਜਿਹੜਾ ਮੈਂ ਲੱਖ ਰੁਪਇਆ ਦੇਣਾ ਤੇ ਲੱਖ ਦੇ ਵਿੱਚ ਮੇਰਾ ਇੰਨਾ ਖਰਚਾ ਹੋਇਆ, ਇੰਨੀ ਕੋਈ ਇਸ ਪੈਲੀ ਦੀ ਐਵਰੇਜ ਹੈ ਦੀ, ਇੰਨੇ ਕੋਈ ਮੇਰੇ ਬੱਚਿਆਂ ਦੀ ਮੈਨੂੰ ਰੋਜ਼ੀ ਮਿਲ ਜਾਏਗੀ। ਇੱਕ ਐਵਰੇਜ ਕੀਤੀ। ਹੁਣ ਠੇਕੇ ਦਾ ਜਿਨ੍ਹਾਂ ਨੂੰ ਠੇਕੇ ਲੈਣੇ ਹਨ ਉਹਨਾਂ ਦਾ ਲੈ ਲੈਣੇ, ਉਹਨਾਂ ਦਾ ਨਹੀਂ ਛੱਡਣਾ ਕਿਸੇ ਨੂੰ ਰੁਪਈਆ ਵੀ, ਉਹਨਾਂ ਨੂੰ ਕਿ ਲੈ ਕੇ ਕਿਸੇ ਨਾਲ। ਉਹ ਅਸਾਂ ਜਿਹੜਾ ਉਹਨਾਂ ਨੂੰ ਠੇਕੇ ਛੇਕੇ ਦੇ ਕੇ ਹੁਣ ਫਸਲ ਦਾ ਰੇਟ ਥੱਲੇ ਆਇਆ ਪਿਆ ਨੇ। ਇਹ ਹਾਲ ਮੂੰਜੀ ਨਾਲ ਹੋਇਆ ਸਾਡੇ ਨਾਲ, ਇਹੋ ਕਣਕ ਨਾਲ ਹੋਣ ਡਿਆ। ਕਣਕ ਨਾਲ ਤੇ ਬਹੁਤਾ ਹੀ ਕੰਮ ਬੁਰਾ ਹੋਇਆ। ਤੇ ਹਾਂਜੀ, ਮੂੰਜੀ ਨਾਲ 3900 ਰੇਟ ਕੀਤਾ ਤੇ ਉਹ ਵੀ ਨਹੀਂ ਮਿਲਣ ਡਿਆ। ਤੁਸੀਂ ਦੱਸੋ ਮੰਡੀ ਕੀ ਰੇਟ ਨਜ਼ਰ ਹੀ ਨਹੀਂ ਆ ਰਹੀ। ਕੋਈ ਗਵਰਨਮੈਂਟ ਸ਼ਾਇਦ ਕੋਈ ਖਰੀਦੇ, ਮੰਡੀ ਕੀ ਕਰੀਏ? ਹੁਣ ਮਜਬੂਰੀਆਂ ਨੇ, ਅਸੀਂ ਤਾਂ ਦੇਣੀਆਂ ਨੇ। ਹੁਣ ਦੇਖੋ ਜੀ, ਕੁਆੜ ਦੀਏ ਉਹ ਫੋਨ ਕਰਦਾ ਜੀ, ਜਿਹਨੇ ਕੋ ਖਰਚਾ ਲਿਆ ਲਿਓ ਜੀ, ਮੈਨੂੰ ਤਾਂ ਉਹਨੂੰ ਤਾਂ ਦੇਣੇ ਦੇਣੇ ਨੇ, ਦੇਣੇ ਨੇ। ਜੇ ਕੋਈ ਪੰਪ ਵਾਲੇ ਕੋ ਤੇਲ ਲਿਆ ਉਹਨੇ ਆਖਣਾ ਦੇ, ਜੇ ਕਿਸੇ ਕੋ ਦਵਾਈ ਧਾਰੀ ਲਈ ਤਾਂ ਉਹ ਫੋਨ ਕਰਨ ਲੱਗ ਪੈਣ ਸਾਨੂੰ ਦਿਓ, ਤਾਂ ਤੈਨੂੰ ਵੇਚਣੀ। ਅਸੀਂ ਤਾਂ ਨਹੀਂ ਰੱਖ ਸਕਦੇ। ਇਹ ਤਾਂ ਮਿਡਲਮੈਨ ਇਹਦੇ ਤੋਂ ਜਿਹੜਾ ਉਹ ਫਾਇਦਾ ਉਠਾ ਰਿਹਾ। ਬਿਲਕੁਲ। ਤੇ ਬਾਈ ਹੁਣ ਇਹ ਮਜ਼ੀਦ ਦੱਸੋ, ਅੱਜ ਕੀ ਰੇਟ ਮਿਲ ਰਿਹਾ ਗੰਦਮ ਦਾ? ਕੋਈ ਮਾਰਕੀਟ ਲੈ ਕੇ ਜਾਂਦੇ? 3300 ਰੁਪਏ ਰੇਟ ਹੈਗਾ, 33-3400 ਦੇ ਰਾਉਂਡ ਬੋਰਡ। ਅੱਛਾ, ਇਸ ਤੋਂ ਜ਼ਿਆਦਾ ਨਹੀਂ? ਨਹੀਂ ਜੀ, ਇਸ ਤੋਂ ਜ਼ਿਆਦਾ ਨਹੀਂ ਹੈਗਾ। ਤੇ ਤੂੜੀ ਜਿਹੜੀ ਹੈ ਇਹਦਾ ਕੀ ਰੇਟ ਚੱਲ ਰਿਹਾ ਜੇ? ਕਿਸ ਰੇਟ ਦੇ ਰਹੇ ਹੋ ਤੂੜੀ ਜਿਹੜੀ? ਜੇ ਅਗਰ ਮਾਰਕੀਟ 'ਚ ਅਸੀਂ ਜਾ ਕੇ ਵੇਚੀਏ, ਆਪਣਾ ਮਿੱਲਾਂ ਨੇ ਰੇਟ ਕੱਢਿਆ 500 ਰੁਪਇਆ। ਅੱਛਾ ਜੀ, ਪਰ ਮਣ ਦਾ? ਹਾਂਜੀ, ਉਹਦੇ ਵਿੱਚ ਫਿਰ ਸਾਡੇ ਖਰਚੇ ਆ ਜਾਂਦੇ ਨੇ। ਖਰਚੇ ਲੈ ਕੇ ਜਾਣਾ ਉੱਥੇ ਉਹ 100-125 ਰੁਪਏ ਕਿਰਾਇਆ ਲੈਂਦੇ ਨੇ ਇਥੋਂ। ਅੱਛਾ, ਉਹ ਪਿੱਛੇ ਰਹਿ ਗਏ 375 ਰੁਪਏ। 375 ਦੇ ਵਿੱਚੋਂ ਫਿਰ ਉਹਨਾਂ ਨੇ ਆਖਣਾ ਹੈ ਜੀ, ਉਹਨਾਂ ਨੇ ਉੱਥੇ ਆਖਣਾ ਇਹਦੇ 'ਚ ਜੀ ਇੰਨਾ ਇਹਨਾਂ ਨੂੰ ਖੋਟ ਲਾ ਦਿਓ ਜੀ, ਇੰਨਾ ਇਹਦੇ 'ਚ ਘਟਾ ਹੈ ਜੀ, ਇੰਨੀ ਮਿੱਟੀ ਹੈ ਜੀ। ਉਹ ਬਸ ਜੀ ਉਹ ਇਸ ਤਰ੍ਹਾਂ ਕਰਕੇ 300 ਮਣ ਦੀ ਟਰਾਲੀ ਹੈ ਜਿਹੜੀ, ਉਹਦੇ 'ਚ 20-30 ਮਣ ਉਹਨਾਂ ਫਿਰ ਵਿੱਚੋਂ ਡਾ ਦੇਣੀ ਹੈ। ਤੇ ਉਹ ਕੋਈ ਹਿਸਾਬ ਲਾ ਲਵੋ। ਸਾਡੀਆਂ ਤਾਂ ਮਜਬੂਰੀਆਂ ਨੇ, ਅਸੀਂ ਤਾਂ ਆਣੇ ਚਲੋ ਕਿਸੇ ਤੋਂ ਚਲੋ ਦੋ ਆਨੇ ਹੋਣਦੇ ਸਾਡੇ, ਚਲੋ ਬੱਚੇ ਜਿਹੜੇ ਨੇ ਉਹ, ਅਸੀਂ ਤਾਂ ਇਹ ਜ਼ਿੰਦਗੀ ਜਿਹੜੀ ਜਿਸ ਤਰ੍ਹਾਂ ਵੀ ਖਿੱਚ ਤਰੂ ਕੇ ਨਿਭਾਉਣੀ ਹੈ। ਹਾਂਜੀ, ਨਿਭਾਉਣੀ ਹੈ ਜੀ। ਜ਼ਿਮੀਂਦਾਰ ਤੇ ਇੱਕ ਵਾਰ ਮਾਰ ਦਿੱਤਾ ਤੇ ਬਿਲਕੁਲ ਜਿਹੜੀ ਆਪਣੀ ਜ਼ਮੀਨ ਮੈਂ ਨਾ ਉਹਨੂੰ ਬਸ ਥੋੜਾ ਬਹੁਤਾ ਬਚਦਾ, ਜਿਹੜਾ ਖਰਚੇ ਵਗੈਰਾ ਉਹਦੇ ਨਿਕਲਣਗੇ। ਜਿਹੜਾ ਠੇਕੇਦਾਰ ਉਹ ਸਮਝੋ ਗਿਆ ਹੈ। ਹਾਂਜੀ, ਠੇਕੇਦਾਰ ਤਾਂ ਤੁਹਾਨੂੰ ਦੱਸਿਆ ਵੀ ਇਹ
ਤਕਰੀਬਨ 70 ਤੋਂ 80% ਲੋਕ ਠੇਕੇਦਾਰ ਨੇ ਬਿਲਕੁਲ ਇਸੇ ਤਰ੍ਹਾਂ। ਤੇ ਜਿੰਨਾ ਵੀ ਵੱਡਾ ਜ਼ਿਮੀਂਦਾਰ ਹੈ ਉਹ ਠੇਕੇਦਾਰ ਹੈ। ਹੂੰ ਉਹਨਾਂ ਦਾ ਠੇਕੇ ਲਈਏ ਤੇ ਜੀ ਗਵਰਨਮੈਂਟ ਕੀ ਆਂਦੀ ਜੀ ਅਸੀਂ 6 ਬੋਰੀ ਦਿਆਂਦੇ ਤੁਹਾਨੂੰ ਆਪਣਾ ਪਰ ਏਕੜ ਦੀ ਆਹੋ ਬਾਰਦਾਨਾ ਦਿਆਂਦੇ। ਹੁਣ ਉਹ 6 ਬੋਰੀ ਨੂੰ ਕੀ ਲੈ ਕੇ ਕਰੀਏ? ਉਹ ਵੀ ਨਹੀਂ ਮਿਲਣ ਡਈ ਜੀ, ਉਹ ਮਿਲਣੀ ਵੀ ਕੀ ਜੇ ਮਿਲੇ ਵੀ ਤੇ ਉਹ ਜੀ ਮੇਰੇ ਕੋਲ ਜੀ ਇੱਕ ਐਪ ਹੈ ਜੀ ਬਾਰਦਾਨਾ ਐਪ, ਇੱਥੋਂ ਕਰੋ। ਹੁਣ ਦੇਖੋ ਜਿਹੜਾ ਬਾਰਦਾਨਾ ਐਪ ਹੈ ਤੇ ਜਿਹੜਾ ਜ਼ਿਮੀਂਦਾਰ ਹੈ ਉਹ ਮੇਰੇ ਅੰਦਾਜ਼ੇ ਦੇ ਮੁਤਾਬਕ ਤਾਂ ਕੋਈ ਹੈਗੇ ਨੇ ਆਪਣਾ ਬਹੁਤ ਕਮ ਲੋਕ ਨੇ ਜਿਹੜੇ ਪੜ੍ਹੇ ਲਿਖੇ ਨੇ ਤੇ ਉਹ ਥੋੜੇ ਲੋਕ ਨੇ ਜਿਨ੍ਹਾਂ ਨੇ ਉਹ ਚਲੋ ਮੋਬਾਈਲ ਸ਼ਮੈਲ ਰੱਖੇ ਨੇ, ਲੇਕਿਨ ਉਹਨਾਂ ਨੂੰ ਤਾਂ ਸਿਰਫ ਇਹ ਪਤਾ ਵੀ ਅਸੀਂ ਫੇਸਬੁੱਕ ਕਿਵੇਂ ਚਲਾਉਣੀ ਤੇ ਟਿਕਟੋਕ ਕਿਵੇਂ ਚਲਾਉਣੀ ਹੈ, ਬਿਲਕੁਲ ਉਹ ਨਾ ਵੇਖ ਲੈਣੀ ਹੈ। ਉਹਨਾਂ ਨੂੰ ਕੀ ਪਤਾ ਵੀ ਅਸੀਂ ਬਾਰਦਾਨਾ ਐਪ ਕਿਵੇਂ ਕਰਨੀ ਹੈ ਤੇ ਇਹਦੇ ਤੇ ਕੀ ਕਰਨਾ ਹੈ ਤੇ ਉਹ ਆਪਣਾ ਉਹ ਕਿਸ ਤਰ੍ਹਾਂ ਅਸੀਂ ਉਹਦਾ ਸਾਰਾ ਕੋਈ ਪ੍ਰੋਸੀਜਰ ਮੁਕੰਮਲ ਕਰਨਾ ਹੈ। ਹਾਂ ਜੀ, ਉਹ ਦਰਖਾਸਤਾਂ ਸਾਰੀਆਂ ਮੁਸਤਰਦ ਹੋ ਗਈਆਂ। ਹਾਂਜੀ, ਉਹ ਤਾਂ ਕੁਝ ਵੀ ਨਹੀਂ ਆ ਰਿਹਾ। ਹਾਂ ਤੇ ਬਾਕੀ ਟਰਾਲੀ ਦਾ ਕੀ ਰੇਟ ਚੱਲ ਰਿਹਾ ਹੈ? ਅਗਰ ਟਰਾਲੀ ਦਾ ਇੱਥੇ ਦੇ ਰਹੇ ਆ ਕੁਝ 8-10 ਹਜ਼ਾਰ ਰੁਪਏ ਨੂੰ। 8-10 ਨੂੰ? ਹਾਂਜੀ, ਬਸ ਜਾਨ ਛਡਾ ਰਹੇ ਆ। ਜਾਨ ਛਡਾ ਰਹੇ ਆ। ਜਿਹੜਾ ਪਿਛਲੇ ਸਾਲ ਇਹ ਅਸੀਂ 12-13 ਨੂੰ ਵੀ ਦਿੰਦੇ ਰਹੇ ਆ ਤੇ ਇਸ ਦਫਾ 8-10 ਹਜ਼ਾਰ ਨੂੰ ਉਹ ਵੀ ਕਹਿੰਦੇ ਨੇ ਜੀ ਜੇ ਦੁੱਧ ਦੇ ਜ਼ਿਮੀਦਾਰ ਦਾ ਤੇ ਇੱਥੋਂ ਜਿਹੜਾ ਉਹ ਡੱਬਿਆਂ ਵਾਲਾ ਜਿਹੜਾ ਬੜਾ ਮਹਿੰਗਾ ਵਿਕਦਾ ਤੇ ਇੱਥੇ ਜਿਹੜਾ ਉਹ ਸਾਡੇ ਕੋਲ ਲੈ ਕੇ ਜਾਂਦੇ ਨੇ ਜੀ 4000 ਰੁਪਏ ਮਣ। ਤੇ ਜਿਹੜੀ ਪਾਣੀ ਦੀ ਬੋਤਲ ਜੇ ਉਹ 100 ਰੁਪਏ ਦੀ ਪਾਣੀ ਦੀ ਬੋਤਲ। 100 ਰੁਪਏ ਦੀ? ਮੈਂ ਨਾ ਪਾਣੀ ਮਹਿੰਗਾ ਦੁੱਧ ਨਾਲੋਂ। ਪਾਣੀ ਮਹਿੰਗਾ ਦੁੱਧ ਨਾਲੋਂ ਜੀ। ਆਹੋ ਜੀ। ਹੈ ਤੇ ਜੇ ਤੁਸੀਂ ਵੇਖੋ ਪੱਠਿਆਂ ਦਾ ਖਰਚਾ ਦੇਖੋ ਕਿੰਨਾ ਹੈ, ਉਹਦਾ ਠੇਕੇ ਦੇਖੋ ਕਿੰਨੇ ਨੇ। ਖਲ ਲੈਣ ਜੋ ਉਹ ਮਹਿੰਗੀ ਏ ਕਿਉਂਕਿ ਉਹ ਜ਼ਿਮੀਦਾਰ ਕੋਲ ਹਰ ਚੀਜ਼ ਨਿਕਲ ਗਈ, ਉਤੇ ਚਲੀ ਗਈ, ਮਿਡਲਮੈਨ ਕੋਲ ਚਲੀ ਗਈ ਏ। ਚੋਕਰ ਦੇਖੋ ਜੀ, ਗੰਦਮ ਤੋਂ ਮਹਿੰਗਾ ਚੋਕਰ ਹੈ ਜੀ। ਹਾਂ ਹਰ ਕੀ ਵਜ੍ਹਾ ਕੀ ਹੈ? ਕਿਉਂ ਜ਼ਿਮੀਦਾਰ ਨੂੰ ਮਾਰਨ ਡੇ ਨੇ ਨਾ। ਚਲੀ ਗਈ ਏ। ਤੋਬਾ ਜ਼ਿਮੀਦਾਰ ਜਿਹੜਾ ਉਹ ਵਿਚਾਰਾ ਵੇਖਦਾ ਵੀ ਕੀ ਕਰੀਏ। ਮੈਂ ਇੱਕ ਹੋਰ ਗੱਲ ਕਰਨ ਲੱਗਾ। ਇਹਦੀ ਕਟਾਈ ਜਿਹੜੀ ਏ ਉਹ ਜੀ ਕੁਝ ਇਲਾਕਿਆਂ ਦੇ ਜੀ 8000 ਰੁਪਇਆ ਲੈ ਰਹੇ ਨੇ। ਹਾਂਜੀ, ਗੰਦਮ ਦੀ ਕਟਾਈ। ਦੇਖੋ ਯਾਰ ਇਹ ਜ਼ਿਮੀਦਾਰ ਦੇ ਨਾਲ ਇਹਨਾਂ ਦੀ ਯੂਨੀਅਨ ਬਣਾ ਲਈਏ ਜੀ। ਸਾਡੀ ਯੂਨੀਅਨ ਦਾ ਫੈਸਲਾ ਹੈ ਜੀ। ਉਹ ਕੋ ਖੁਦਾ ਦਾ ਖੌਫ ਕਰੋ ਯਾਰ, ਇਹ ਜ਼ਿਮੀਦਾਰ ਨੂੰ ਸਾਰੇ ਲੁੱਟਣ ਲੱਗ ਪਏ ਜੀ। ਕੋਈ ਥੋੜਾ ਜਿਹਾ ਯਾਰ ਇਹਦੇ ਨਾਲ ਥੋੜਾ ਜਿਹਾ ਜ਼ਿਮੀਦਾਰ ਦੇ ਨਾਲ ਤਾਮਨ ਕਰੋ। ਜ਼ਿਮੀਦਾਰ ਦੇ ਨਾਲ ਇਹਨੇ ਤੁਹਾਨੂੰ ਇਹ ਅਸੀਂ ਸੱਪਾਂ ਦੀਆਂ ਸਿਰੀਆਂ ਵੇਚਦੇ ਆ ਸਾਰਾ ਦਿਨ ਇੱਥੇ। ਹਾਂਜੀ, ਰਾਤਾਂ ਨੂੰ ਪਾਣੀ ਲਾ ਇੰਜ ਕਰ ਜੀ। ਉਹਨਾਂ ਕੇ 8000 ਰੁਪਇਆ ਰੇਟ ਹੈ। ਹੁਣ ਦੱਸੋ 8000 ਰੁਪਇਆ ਡੀਜ਼ਲ ਤਾਂ ਚਲੋ ਜੀ ਮਹਿੰਗਾ ਜੀ, ਮੰਨ ਲਿਆ। ਕਿੰਨਾ ਡੀਜ਼ਲ ਲੱਗਦਾ 1 ਕਿੱਲੇ ਦੇ 10 ਮਿੰਟਾਂ ਦੇ ਵਿੱਚ ਗੰਦਮ ਦੀ ਕਟਾਈ ਹੋ ਜਾਂਦੀ 1 ਕਿੱਲੇ ਦੀ। ਹਾਂ, ਇਸੇ ਤਰ੍ਹਾਂ 10 ਤੋਂ 15 ਮਿੰਟਾਂ 15 ਮਿੰਟ ਚ ਹੋ ਜਾਂਦੀ। ਉਹ ਤੇਲ ਕਿੰਨਾ ਲੱਗਦਾ? ਤੇਲ ਬੜਾ ਲੱਗ ਰਿਹਾ ਜੀ। ਚਲੋ ਜੀ ਉਹਦਾ 8-10 ਲੀਟਰ ਲੱਗ ਗਿਆ ਜੀ। 3000 ਦਾ ਚਲੋ 5000 ਰੁਪਇਆ ਕਟਾਈ ਬਿਹਤਰੀਨ ਰੇਟ ਹੈ। 2000 ਇਹ ਡੇਲੀ ਦੀ ਜਿਹੜੀ ਏ ਤਕਰੀਬਨ ਇਹ ਕਟਾਈ ਜਿਹੜੀ 35-40 ਏਕੜ ਕਰ ਜਾਂਦੇ ਨੇ। 35-40 ਏਕੜ ਕਮਾਈ ਕਰਕੇ 2-3000 ਰੁਪਇਆ ਕਮਾ ਲੈਣ ਤੇ ਉਹ ਬੜਾ ਚੋਖਾ ਹੈ ਥੋੜਾ। 2-3000 ਰੁਪਇਆ ਕਿੱਲੇ ਤੇ। ਹਾਂਜੀ ਹਾਂ, ਚਲੋ ਮਲਕ ਸਾਹਿਬ ਅੱਲਾ ਖੈਰ ਕਰੇ ਤੇ ਜ਼ਿਮੀਂਦਾਰ ਨੂੰ ਵੀ ਅੱਲਾ ਪਾਕ ਹਿੰਮਤ ਦੇ ਅੱਗੋਂ ਵੀ ਇਹ ਕਾਸ਼ਤ ਕਰ ਸਕਣ। ਅੱਗੋਂ ਤੁਹਾਡੀ ਕੀ ਸਲਾਹ ਕਰਨੀ ਫਿਰ ਗੰਦਮ ਕਾਸ਼ਤ? ਮੇਰਾ ਜਿਹੜਾ ਮਾਈਂਡ ਜ਼ਾਤੀ ਮੈਂ ਤੁਹਾਨੂੰ ਉਹ ਦੱਸਣ ਲੱਗਾ ਵਾਂ। ਮੈਂ ਅੱਗੇ ਨਾ ਇਸ ਤਰ੍ਹਾਂ ਕਰਾਂ ਦਾ ਕਿ ਮੈਂ ਕੁਝ ਜਵਾ ਲਾਵਾਂ ਦਾ। ਹਾਂ, ਜਵਾ ਲਾ ਕੇ ਉਹਨੂੰ ਵੱਢ ਕੇ ਉੱਤੋਂ ਕੋਈ ਮੱਕੀ ਸ਼ੱਕੀ ਜਾਂ ਕੋਈ ਮੂਡ ਬਣਾ ਡਿਆ, ਕੋਈ ਦੁਆਣੇ ਥੋੜੇ ਜਿਹਾ ਲਾਵਾਂ ਦਾ ਕਿ ਕਦੀ ਨਹੀਂ ਸੀ ਕੀਤਾ। ਤੇ ਗੰਦਮ ਤੋਂ ਮੈਂ ਜਿਹੜਾ ਨੇ ਘਾਟਾ ਜਿੰਨੀ ਰਾਤ ਮੈਂ ਤਾਂ ਇਹਦੇ ਤੋਂ ਜਾਨ ਛਡਾ ਗਿਆ। ਹਾਂ, ਜਵਾ ਦਾ ਫਿਰ ਵੀ ਰੇਟ ਅੱਗੇ ਨਾਲ ਵੈਸੇ ਵੀ ਜ਼ਿਮੀਦਾਰਾ ਘਟਾ ਦਿੱਤਾ। ਅੱਗੇ ਕੋਈ ਤਕਰੀਬਨ 250 ਤੋਂ 250 ਏਕੜ ਦੇ ਰਾਉਂਡ ਬੋਰਡ ਸੀ ਤੇ ਇਸ ਦਫਾ ਜਿਹੜਾ ਨਾ ਵੈਸੇ ਹੀ ਉਹ 100 ਏਕੜ ਦੇ ਰਾਉਂਡ ਬੋਰਡ ਯਾਨੀ ਕਿ 100-125 ਏਕੜ ਕਰਨ ਲੱਗੇ ਆ। ਸਕੂਨ ਦੀ ਜ਼ਿੰਦਗੀ ਨਾਲ ਜਿਹੜਾ ਨਾ ਉਹ ਘਾਟੇ ਖਾਣ ਨਾਲੋਂ ਬਿਹਤਰ ਹੈ ਸਕੂਨ ਕਰੀਏ। ਹਾਂਜੀ, ਚਲੋ ਠੀਕ ਹੋ ਗਿਆ। ਉਹ ਵੀ ਮਜਬੂਰੀ ਜਿਹੜੀ ਇੰਨੀ ਕੋਈ ਕਰਨੀ ਉਹ ਜੀ ਠੇਕੇ ਪੈਲੀ ਲੈ ਲਈਏ ਫਿਰ ਮਹਿੰਗੀ ਤੇ ਮੂੰਜੀਆਂ ਜੀ ਰੇਟ ਤੈਅ ਹੋ ਜਾਂਦੇ ਨੇ, ਸਾਰੇ ਬਿਆਨੇ ਹੋ ਜਾਂਦੇ ਨੇ, ਉਹ ਹਿਸਾਬ ਨਾਲ ਲੈ ਲਈਏ। ਹੁਣ ਮਜਬੂਰੀ ਉਹਨਾਂ ਨੂੰ ਪੈਸੇ ਦੇ ਬੈਠੇ ਆ ਕੁਛ ਬਿਆਨੇ ਸ਼ਿਆਨੇ ਤੇ ਉਹ ਮਜਬੂਰੀ ਬਣ ਗਈ ਇੰਨੀ ਕੁ ਲੈਣੀ। ਅੱਗੋਂ ਜਿਸਲੇ ਰੇਟ ਥੱਲੇ ਸੁਣਿਆ ਉਸ ਤੋਂ ਬਾਅਦ ਲਈ ਨਹੀਂ, ਬਸ ਆਖਿਆ ਯਾਰ ਇੰਨੀ ਬੜੀ। ਆਹ ਜੀ, ਹੋਰ ਫਿਰ ਬੰਦਾ ਕਿੰਨੇ ਘਾਟੇ ਖਾਏ। ਚਲੋ ਠੀਕ ਹੋ ਗਿਆ ਮਲਕ ਸਾਹਿਬ, ਅੱਲਾ ਖੈਰ ਕਰੇ ਜੀ। ਮਿਹਰਬਾਨੀ।